ਪਿਆਰੇ ਬੱਚਿਓ, ਮੇਰੇ ਵੱਲੋਂ ਭਾਵ ਪੰਜਾਬੀ ਅਧਿਆਪਕ ਮੈਡਮ ਗੁਰਮੀਤ ਸਿੱਧੂ ਵੱਲੋਂ ਆਪ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਆਸ ਕਰਦੀ ਹਾਂ ਕਿ ਆਪ ਸਭ ਬੱਚੇ ਤੰਦਰੁਸਤੀ ਤੇ ਆਨੰਦਮਈ ਜੀਵਨ ਬਸਰ ਕਰ ਰਹੇ ਹੋਵੋਗੇ। ਪਿਆਰੇ ਬੱਚਿਓ, ਅੱਜ ਅਸੀਂ ਆਨਲਾਈਨ ਕਲਾਸ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਆਪਣੀ ਸਾਹਿਤਕ ਕਿਰਨਾਂ ਵਿੱਚ ਦਰਜ ਕਸ਼ਮੀਰ ਨੀਰ ਦੀ ਲਿਖੀ ਹੋਈ ਕਵਿਤਾ ਗੁੰਮ ਨੇ ਰਸੋਈ ਵਿੱਚੋਂ ਦੀ ਵਿਆਖਿਆ ਕਰਾਂਗੇ। ਸੋ ਪਿਆਰੇ ਬੱਚਿਓ, ਇਸ ਗਜ਼ਲ ਵਿੱਚ ਸ਼ਾਇਰ ਕਸ਼ਮੀਰ ਨੀਰ ਨੇ ਪੰਜਾਬੀ ਸੱਭਿਆਚਾਰ ਦੇ ਬਦਲਦੇ ਰੂਪ ਨੂੰ ਪੇਸ਼ ਕੀਤਾ ਹੈ। ਇਸ ਲਈ ਉਸ ਨੇ ਪੰਜਾਬੀਆਂ ਦੇ ਅੰਗ ਸੰਗ ਵਿਚਰਨ ਵਾਲੇ ਜਾਨਵਰਾਂ, ਪਹਿਰਾਵੇ ਤੇ ਵਸਤਾਂ ਦੀ ਹੋਂਦ ਖਤਮ ਹੋਣ ਉਪਰੰਤ ਆਪਣੀ ਮਿਊਸੀ ਪ੍ਰਗਟ ਕੀਤੀ ਹੈ। ਇਸ ਲਈ ਉਸਨੇ ਪੱਛਮੀ ਸੱਭਿਆਚਾਰ ਦੀ ਅੰਨ੍ਹੇਵਾਹ ਨਕਲ ਕਰਨ ਦੇ ਰੁਝਾਨ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਗਜ਼ਲ ਵਿੱਚ ਇਸ ਤੱਥ ਉੱਪਰ ਜ਼ੋਰ ਦਿੱਤਾ ਹੈ ਕਿ ਪੰਜਾਬੀ ਘਰਾਂ ਦੀ ਨੁਹਾਰ ਹੀ ਬਦਲ ਚੁੱਕੀ ਹੈ। ਲੋਕ ਅੰਗਰੇਜ਼ਾਂ ਦੀ ਰੀਸ ਕਰਕੇ ਆਪਣੀ 5 ਦਰਿਆਵਾਂ ਦੀ ਧਰਤੀ ਜਾਨੀ ਪੰਜਾਬ ਦੇ ਸੱਭਿਆਚਾਰ ਦੀ ਪਛਾਣ ਹੀ ਗਵਾ ਰਹੇ ਹਨ। ਸੋ ਹੁਣ ਅਸੀਂ ਮੂਲ ਪਾਠ ਤੇ ਉਸ ਦੀ ਵਿਆਖਿਆ ਕਰਾਂਗੇ। ਗੁੰਮ ਨੇ ਰਸੋਈ ਵਿੱਚੋਂ ਚਾਟੀਆਂ ਮਧਾਣੀਆਂ, ਬਰਗਰਾਂ ਤੇ ਪੀਜ਼ਿਆਂ ਨੇ ਪੱਟੀਆਂ ਸੁਆਣੀਆਂ। ਖਾਣ ਪੀਣ ਪਹਿਰਾਵਾ ਆਪਣਾ ਗਵਾਚਿਆ, ਵਗੀਆਂ ਨੇ ਪੱਛਮੀ ਹਵਾਵਾਂ ਮਰ ਜਾਣੀਆਂ। ਇਹਨਾਂ ਸਤਰਾਂ ਵਿੱਚ ਕਵੀ ਆਧੁਨਿਕ ਪੰਜਾਬੀ ਜਨਜੀਵਨ, ਰਹਿਣ ਸਹਿਣ, ਖਾਣ ਪੀਣ ਤੇ ਪਹਿਰਾਵੇ ਆਦਿ ਦਾ ਜ਼ਿਕਰ ਕਰਦਾ ਹੋਇਆ ਪੁਰਾਤਨ ਅਮੀਰ ਪੰਜਾਬੀ ਵਿਰਸੇ ਨੂੰ ਯਾਦ ਕਰਦਾ ਹੋਇਆ ਕਹਿ ਰਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਪੰਜਾਬੀ ਘਰਾਂ ਦੀ ਰਸੋਈ ਵਿੱਚੋਂ ਦੁੱਧ ਰਿੜਕਣ ਲਈ ਚਾਟੀਆਂ ਤੇ ਮਧਾਣੀਆਂ ਅਲੋਪ ਹੀ ਹੋ ਗਈਆਂ ਹਨ। ਅੱਜ ਦੀਆਂ ਔਰਤਾਂ ਨੂੰ ਬਰਗਰਾਂ ਤੇ ਪੀਜ਼ਿਆਂ ਨੇ ਵਧੇਰੇ ਪ੍ਰਭਾਵਿਤ ਕਰ ਲਿਆ ਹੈ। ਇਸ ਲਈ ਉਹ ਦੁੱਧ, ਦਹੀਂ, ਲੱਸੀ ਨੂੰ ਛੱਡ ਕੇ ਚਟਪਟੀਆਂ ਬਜ਼ਾਰੂ ਚੀਜ਼ਾਂ ਖਾਣ ਨੂੰ ਪਹਿਲ ਦੇ ਰਹੀਆਂ ਹਨ। ਹਾਂਜੀ, ਇਹਦੇ ਵਿੱਚ ਬੇਟਾ ਚਾਟੀਆਂ ਕੀ ਹੈ? ਦੁੱਧ ਰਿੜਕਣ ਵਾਲਾ ਮਿੱਟੀ ਦਾ ਭਾਂਡਾ, ਤੇ ਮਧਾਣੀ ਦੁੱਧ ਰਿੜਕਣ ਲਈ ਵਰਤਿਆ ਜਾਣ ਵਾਲਾ ਸੰਦ। ਅੱਗੇ ਆ ਖਾਣ ਪੀਣ ਪਹਿਰਾਵਾ ਆਪਣਾ ਗਵਾਚਿਆ, ਵਗੀਆਂ ਨੇ ਪੱਛਮੀ ਹਵਾਵਾਂ ਮਰ ਜਾਣੀਆਂ। ਕਵੀ ਅਜੋਕੇ ਪੰਜਾਬੀ ਖਾਣ ਪੀਣ ਤੋਂ ਇਲਾਵਾ ਪੰਜਾਬੀ ਪਹਿਰਾਵੇ ਪ੍ਰਤੀ ਵੀ ਚਿੰਤਤ ਹੈ। ਉਹ ਲਿਖਦਾ ਹੈ ਕਿ ਜਿੱਥੇ ਪੱਛਮੀ ਸੱਭਿਆਚਾਰ ਤੋਂ ਪ੍ਰਭਾਵਿਤ ਪੰਜਾਬੀਆਂ ਨੇ ਖਾਣ ਪੀਣ ਬਦਲ ਲਿਆ ਹੈ, ਉੱਥੇ ਉਹਨਾਂ ਨੇ ਆਪਣਾ ਸਲੀਕੇਦਾਰ ਪਹਿਰਾਵਾ ਵੀ ਗਵਾ ਲਿਆ ਹੈ। ਅੱਜ ਉਹ ਭੜਕੀਲੇਪਣ ਵੱਲ ਰੁਚਿਤ ਹੋ ਗਏ ਹਨ। ਕਵੀ ਚਿੰਤਤ ਹੈ ਕਿ ਪੱਛਮੀਕਰਨ ਦੀ ਐਸੀ ਹਨੇਰੀ ਚੱਲੀ ਹੈ ਕਿ ਅਸੀਂ ਆਪਣਾ ਖਾਣ ਪੀਣ ਤੇ ਆਪਣਾ ਪਹਿਰਾਵਾ ਬਿਲਕੁਲ ਭੁੱਲ ਚੁੱਕੇ ਹਾਂ ਜਾਂ ਗਵਾ ਲਿਆ ਹੈ। ਅੱਗੇ ਏਸੀ ਕੂਲਰਾਂ ਦੇ ਹੋ ਗਏ ਮੁਥਾਜ ਨੇ। ਏਸੀ ਕੂਲਰਾਂ ਦੇ ਹੁਣ ਹੋ ਗਏ ਮੁਥਾਜ ਨੇ, ਮੁਥਾਜ ਅਧੀਨ ਜਿਹੜਿਆਂ ਜਵਾਨਾਂ ਹਿੱਕਾਂ ਲੂਆਂ 'ਚ ਸਿਤਾਣੀਆਂ, ਲੂਆਂ ਅੱਤ ਦੀ ਗਰਮੀ, ਤਾਣੀਆਂ ਡਟ ਕੇ ਰਹਿਣਾ। ਇਹਨਾਂ ਸਤਰਾਂ ਵਿੱਚ ਕਵੀ ਅਜੋਕੀ ਸੋਹਲ ਭਰੀ ਜ਼ਿੰਦਗੀ ਬਾਰੇ ਦੱਸਦਾ ਹੋਇਆ ਲਿਖਦਾ ਹੈ ਕਿ ਜਿਹੜੇ ਪੰਜਾਬੀ ਜਵਾਨ ਕਦੇ ਅੱਤ ਦੀ ਗਰਮੀ ਵਿੱਚ ਖੇਤਾਂ ਵਿੱਚ ਕੰਮ ਲਈ ਸੀਨੇ ਤਾਣ ਕੇ ਰਹਿੰਦੇ ਸਨ, ਉਹ ਵੀ ਅੱਜ ਏਸੀ ਤੇ ਕੂਲਰਾਂ ਤੋਂ ਬਿਨਾਂ ਨਹੀਂ ਰਹਿ ਸਕਦੇ। ਭਾਵ ਉਹਨਾਂ ਵਿੱਚ ਮੌਸਮ ਦੀ ਸਹਿਣਸ਼ੀਲਤਾ ਵੀ ਖਤਮ ਹੋ ਗਈ ਹੈ। 9-9 ਇੰਚ ਗੱਦਿਆਂ ਤੇ ਹੁੰਦੀਆਂ ਨਸੀਬਨਾ, ਨੀਂਦਰਾਂ ਜੋ ਦਿੰਦੀਆਂ ਸੀ ਮੰਜੀਆਂ ਅਲਾਣੀਆਂ। ਅਲਾਣੀ ਮੰਜੀ ਕਿਹੜੀ ਬੇਟਾ ਜੀ? ਜਿਹਦੇ ਬਿਨਾਂ ਵਿਛਾਉਣੇ, ਭਾਵ ਬਿਸਤਰੇ ਦੇ ਵਾਣ ਦੀ ਮੰਜੀ। ਇਹਨਾਂ ਸਤਰਾਂ ਵਿੱਚ ਕਵੀ ਅਜੋਕੀ ਬੇਚੈਨੀ ਭਰੀ ਜ਼ਿੰਦਗੀ ਬਾਰੇ ਦੱਸਦਾ ਹੋਇਆ ਕਹਿ ਰਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਮਨੁੱਖ ਪੈਸੇ ਦੀ ਦੌੜ ਜਾਂ ਹੋਰ ਕਈ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਵਿੱਚ ਘਿਰਿਆ ਹੋਇਆ ਹੈ। ਉਸ ਕੋਲ ਭਾਵੇਂ ਜ਼ਿੰਦਗੀ ਦੀਆਂ ਸਾਰੀਆਂ ਸੁੱਖ ਸਹੂਲਤਾਂ ਹਨ, ਪਰ ਫਿਰ ਵੀ ਬੇਚੈਨ ਹੈ। ਉਸ ਕੋਲ ਅੱਜ 9-9 ਇੰਚ ਦੇ ਮੋਟੇ ਤੇ ਨਰਮ ਗੱਦੇ ਹਨ, ਪਰ ਉਹੋ ਜਿਹੀ ਨੀਂਦ ਫਿਰ ਵੀ ਨਹੀਂ ਆਉਂਦੀ ਜਿਹੜੀ ਕਦੇ ਹੱਡ ਭੰਨਵੀਂ ਫਿਜ਼ੀਕਲ ਵਰਕ ਜਦੋਂ ਕਿਸਾਨ ਕਰਦੇ ਸਨ
ਮਿਹਨਤ ਕਰਨ ਤੋਂ ਬਾਅਦ ਅਲਾਣੀ ਮੰਜੀ ਤੇ ਪੈਂਦਿਆਂ ਹੀ ਆ ਜਾਂਦੀ ਸੀ। ਅੱਗੇ, ਦੌਰੀ, ਡੰਡੇ, ਚੱਕੀਆਂ, ਉਖਲੀਆਂ, ਸੈਂਕੜੇ ਹੀ ਮੋਈਆਂ ਚੀਜ਼ਾਂ ਹੋ ਕੇ ਨਿਮਾਣੀਆਂ। ਦੌਰੀ, ਡੰਡੇ, ਮਿਰਚ ਮਸਾਲਾ ਕੁੱਟਣ ਲਈ ਕੁੰਡਾ ਡੰਡਾ, ਚੱਕੀ ਆਟਾ ਪੀਣ ਲਈ ਮਸ਼ੀਨ, ਉਖਲੀ ਮੋਟਾ ਅਨਾਜ ਛੜਨ ਲਈ ਧਰਤੀ ਵਿੱਚ ਡੂੰਘੇ ਪੱਕੇ ਕੀਤੇ ਹੋਏ ਖੋਲ। ਮੋਈਆਂ ਮਰ ਗਈਆਂ। ਇਹਨਾਂ ਸਤਰਾਂ ਵਿੱਚ ਕਵੀ ਅਲੋਪ ਹੋ ਗਈਆਂ ਘਰੇਲੂ ਵਰਤੋਂ ਵਾਲੀਆਂ ਵਸਤਾਂ ਬਾਰੇ ਦੱਸਦਾ ਹੈ ਕਿ ਅੱਜ ਦੇ ਸਮੇਂ ਵਿੱਚ ਨਾ ਕੋਈ ਕੁੰਡਾ ਡੰਡਾ ਹੈ, ਨਾ ਕੋਈ ਹੱਥ ਨਾਲ ਆਟਾ ਪੀਣ ਵਾਲੀ ਚੱਕੀ ਹੈ, ਨਾ ਉਖਲੀਆਂ, ਨਾ ਚੱਕੀ, ਨਾ ਉਖਲੀਆਂ ਤੇ ਨਾ ਹੀ ਕੋਈ ਚਰਖਾ ਹੈ। ਇਸ ਤੋਂ ਇਲਾਵਾ ਸੈਂਕੜੇ ਹੀ ਹੋਰ ਚੀਜ਼ਾਂ ਜੋ ਨਿਮਾਣੀਆਂ ਹੋ ਕੇ, ਬੇਕਦਰੀਆਂ ਜਿਹੀਆਂ ਹੋ ਕੇ ਖਤਮ ਹੋ ਗਈਆਂ ਹਨ। ਭਾਵ ਇਹਨਾਂ ਦੀ ਥਾਂ ਅੱਜ ਮਸ਼ੀਨਾਂ ਆ ਗਈਆਂ ਹਨ। ਖੁਰਲੀ ਤੋਂ ਵਹਿੜ ਕੇ ਬਲਦ ਕਿੱਥੇ ਤੁਰ ਗਏ, ਕਿੱਥੇ ਗਏ ਕਿੱਲੀਆਂ ਤੋਂ ਘੁੰਗਰੂ ਪ੍ਰਾਣੀਆਂ। ਹੁਣ ਤਾਂ ਸਮਝ ਅਸੀਂ ਸਕਦੇ ਹਾਂ ਤਾਈਓ, ਇੰਗਲਿਸ਼ 'ਚ ਦੱਸੋ ਸਾਨੂੰ ਸਾਡੀਆਂ ਕਹਾਣੀਆਂ। ਖੁਰਲੀ ਬੇਟਾ ਜੀ ਪਸ਼ੂਆਂ ਦੇ ਪੱਠੇ ਪਾਉਣ ਵਾਲੀ ਵਿਸ਼ੇਸ਼ ਥਾਂ। ਵੈੜ ਕੇ ਵੱਛੇ ਜੋ ਜਵਾਨ ਬਲਦ ਹੋਣ। ਘੁੰਗਰੂ ਛਣਕਣ ਵਾਲੇ ਬੁਰ। ਪ੍ਰਾਣੀਆਂ ਬਲਦਾਂ ਨੂੰ ਹਿੱਕਣ ਵਾਲੀ ਸੁੱਟੀ। ਪਹਿਲੀਆਂ ਸਤਰਾਂ ਵਿੱਚ ਕਵੀ ਕਿਸਾਨੀ ਜੀਵਨ ਦੇ ਅਹਿਮ ਅੰਗ ਪਸ਼ੂ ਤੇ ਉਸ ਨਾਲ ਸੰਬੰਧਿਤ ਵਸਤਾਂ ਬਾਰੇ ਦੱਸਦਾ ਹੋਇਆ ਕਹਿ ਰਿਹਾ ਹੈ ਕਿ ਅਜੋਕੇ ਸਮੇਂ ਵਿੱਚ ਜੇ ਕਿਸੇ ਕਿਸਾਨ ਨੇ ਕੋਈ ਦੁਧਾਰੂ ਪਸ਼ੂ ਵੀ ਰੱਖਿਆ ਹੈ ਤਾਂ ਉੱਥੇ ਉਸਨੇ ਵੈੜ ਕੇ ਜਾਂ ਬਲਦ ਨਹੀਂ ਰੱਖੇ। ਵਹਿੜ ਕੇ ਜਾਂ ਬਲਦ ਪਹਿਲੋਂ ਕਿਸਾਨ ਖੇਤਾਂ ਵਿੱਚ ਕੰਮ ਕਰਨ ਲਈ, ਵਾਹੀ ਕਰਨ ਲਈ ਬਲਦਾਂ ਦੀ ਵਰਤੋਂ ਕਰਦਾ ਸੀ। ਆਪਣੇ ਖੇਤਾਂ ਨੂੰ ਅਗਲੀ ਫਸਲ ਬੀਜਣ ਯੋਗ ਬਣਾਉਣ ਲਈ ਉਹ ਟਰੈਕਟਰਾਂ ਦੀ ਜਗ੍ਹਾ ਬਲਦਾਂ ਤੋਂ ਕੰਮ ਲੈਂਦਾ ਸੀ, ਕਿਉਂਕਿ ਅੱਜ ਕੱਲ੍ਹ ਆਧੁਨਿਕ ਮਸ਼ੀਨਾਂ ਸਾਥੋਂ ਟਰੈਕਟਰ ਸੁਹਾਗੇ ਲਾ ਚੁੱਕੀਆਂ ਨੇ, ਪਰ ਪਹਿਲੇ ਸਮੇਂ ਵਿੱਚ ਇਹ ਹੀ ਸਨ। ਜੇ ਕਿਸੇ ਨੇ ਦੁੱਧ ਦੇਣ ਵਾਲੇ ਪਸ਼ੂ ਰੱਖੇ ਹਨ ਤਾਂ ਉਹਨਾਂ ਦੇ ਕੋਲ ਬਲਦ ਜਾਂ ਵੈੜ ਕੇ ਨਹੀਂ ਹਨ, ਕਿਉਂਕਿ ਇਹਨਾਂ ਦੀ ਲੋੜ ਹੀ ਨਹੀਂ ਰਹੀ ਕਿ ਉਸ ਦੀ ਕਿੱਲੀ ਤੇ ਟੰਗੀਆਂ ਹੋਈਆਂ ਘੁੰਗਰੂਆਂ ਵਾਲੀਆਂ ਵਸਤਾਂ ਤੇ ਪ੍ਰਾਣੀਆਂ ਵੀ ਨਜ਼ਰ ਨਹੀਂ ਆਉਂਦੀਆਂ। ਘੁੰਗਰੂ ਜਿਹੜੇ ਬਲਦਾਂ ਦੇ ਗਲ ਵਿੱਚ ਪਾਏ ਜਾਂਦੇ ਸਨ। ਭਾਵ ਲੋੜ ਬਦਲਣ ਜਾਂ ਵਕਤ ਦੀ ਤਰੱਕੀ ਦੇ ਨਾਲ ਕਈ ਚੀਜ਼ਾਂ ਅਲੋਪ ਹੋ ਗਈਆਂ ਹਨ। ਜਿਵੇਂ ਬਲਦ ਅਲੋਪ ਹੋ ਗਏ, ਵੈੜ ਕੇ ਅਲੋਪ ਹੋ ਗਏ ਤੇ ਉਹਨਾਂ ਦੇ ਗਲਾਂ ਦੇ ਵਿੱਚ ਪਾਈਆਂ ਜਾਣ ਵਾਲੀਆਂ ਘੁੰਗਰੂਆਂ ਵਾਲੀਆਂ ਵਸਤਾਂ ਤੇ ਪ੍ਰਾਣੀਆਂ ਵੀ ਅਲੋਪ ਹੋ ਗਈਆਂ ਹਨ। ਅਗਲੀਆਂ ਦੋ ਸਤਰਾਂ ਦੇ ਵਿੱਚ ਕਵੀ ਆਪਣੀ ਮਾਤ ਭਾਸ਼ਾ ਦੀ ਹੋ ਰਹੀ ਦੁਰਗਤ ਬੁਰੀ ਹਾਲਤ ਬਾਰੇ ਦੱਸ ਰਿਹਾ ਹੈ ਕਿ ਹੁਣ ਤਾਂ ਸਾਡੇ ਬੱਚਿਆਂ ਨੂੰ ਆਪਣੀ ਭਾਸ਼ਾ 'ਚ ਦੱਸੀਆਂ ਗਈਆਂ ਕਹਾਣੀਆਂ ਆਦਿ ਦੀ ਬਿਲਕੁਲ ਸਮਝ ਨਹੀਂ ਆਉਂਦੀ, ਕਿਉਂਕਿ ਹੁਣ ਉਹ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਪੜ੍ਹਦੇ ਹਨ। ਇਸ ਲਈ ਉਹਨਾਂ ਦੀ ਵੀ ਇਹੋ ਮੰਗ ਹੁੰਦੀ ਹੈ ਕਿ ਉਹਨਾਂ ਨੂੰ ਉਹਨਾਂ ਦੀਆਂ ਆਪਣੀਆਂ ਕਹਾਣੀਆਂ ਅੰਗਰੇਜ਼ੀ ਭਾਸ਼ਾ ਵਿੱਚ ਦੱਸੀਆਂ ਜਾਣ। ਇਹ ਬੇਟਾ ਜੀ ਇਹ ਕਿੰਨੀ ਵੱਡੀ ਤਰਾਸਦੀ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪ ਹੀ ਆਪਣੀ ਮਾਂ ਬੋਲੀ ਤੋਂ ਵਿਛੋੜ ਰਹੇ ਹਾਂ। ਅੱਗੇ ਦੇਖੋ, ਦਿਲ ਮੋਹ ਪਿਆਰ ਆਪਣਤ ਸਾਂਝ ਛੱਡ ਗਏ, ਸਾਡੀਆਂ ਹੋ ਗਈਆਂ ਜੀਣ ਜੁਗਤਾਂ ਨਿਤਾਣੀਆਂ। ਆਪਣਤ ਆਪਣਾਪਣ, ਜੀਣ ਜੁਗਤਾਂ ਜੀਵਨ ਜਿਉਣ ਦਾ ਢੰਗ। ਇਹਨਾਂ ਸਤਰਾਂ ਵਿੱਚ ਕਵੀ ਕਹਿ ਰਿਹਾ ਹੈ ਕਿ ਅੱਜ ਪੰਜਾਬੀ ਆਪਣੀ ਨੈਤਿਕਤਾ ਨੂੰ ਵੀ ਭੁੱਲ ਗਏ ਹਨ। ਕਿਸੇ ਦਾ ਕਿਸੇ ਨਾਲ ਕੋਈ ਪਿਆਰ, ਸਾਂਝ ਜਾਂ ਨਿੱਘ ਵਾਲਾ ਰਿਸ਼ਤਾ ਨਹੀਂ ਹੈ। ਸਾਰੇ ਪਦਾਰਥਵਾਦੀ ਸੋਚ ਵਾਲੇ ਹੋ ਗਏ ਹਨ। ਸਾਡੀਆਂ ਜਿਉਣ ਦੀਆਂ ਜੁਗਤਾਂ ਜਿਨ੍ਹਾਂ ਵਿੱਚ ਭਾਈਚਾਰਕ ਸਾਂਝ ਹੁੰਦੀ ਸੀ ਕਮਜ਼ੋਰ ਹੋ ਗਈਆਂ ਹਨ। ਅਸੀਂ ਸਵਾਰਥੀ ਜਿਹੇ ਹੋ ਗਏ ਹਾਂ। ਅੱਗੇ ਨੀਰ ਪਿਛ ਲੱਗ ਸਭ ਹੋਏ ਅੰਗਰੇਜ਼ ਦੇ, ਆਪਣੀ ਗਵਾਈ ਪਛਾਣ ਪੰਜ ਪਾਣੀਆਂ। ਪਿਛ ਲੱਗ ਦੂਸਰਿਆਂ ਦੀਆਂ ਰਾਹਾਂ ਤੇ ਬਿਨਾਂ ਸੋਚੇ ਸਮਝੇ ਤੁਰਨ ਵਾਲੇ, ਪੰਜ ਪਾਣੀਆਂ ਪੰਜਾਬੀਆਂ। ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਪੰਜਾਬੀ ਵਿਰਸੇ ਦੇ ਅਲੋਪ ਹੋਣ ਦਾ ਮੁੱਖ ਕਾਰਨ ਸਾਡੀ ਆਪਣੀ ਪਿਛ ਲੱਗ ਸੋਚ ਹੈ। ਅਸੀਂ ਅੰਗਰੇਜ਼ਾਂ ਭਾਵ ਪੱਛਮੀ ਦੇਸ਼ਾਂ ਦੇ ਸੱਭਿਆਚਾਰ ਦੇ ਪਿੱਛੇ ਲੱਗੇ ਹਾਂ ਕਿ ਆਪਣਾ ਅਨਮੋਲ ਸ਼ਾਨਾ ਮੱਤਾ ਵਿਰਸਾ ਹੀ ਪਲੀਤ ਕਰ ਦਿੱਤਾ ਹੈ। ਅਸੀਂ ਦੂਸਰੇ ਸੱਭਿਆਚਾਰ ਨੂੰ ਅਪਣਾ ਕੇ ਆਪਣੇ ਹੀ ਮਾਣ ਮੱਤੇ ਪੰਜਾਬ ਦੀ ਸ਼ਾਨ ਗਵਾ ਲਈ ਹੈ। ਧੰਨਵਾਦ।
ਪਿਆਰੇ ਬੱਚਿਓ, ਅੱਜ ਅਸੀਂ ਇਸ਼ਤਿਹਾਰ ਜਾਂ ਵਿਗਿਆਪਨ ਲਿਖਣ ਕਲਾ ਦੀ ਦੁਹਰਾਈ ਵੀ ਕਰਾਂਗੇ। ਇਸ਼ਤਿਹਾਰ ਜਾਂ ਵਿਗਿਆਪਨ ਦੇ ਸ਼ਾਬਦਿਕ ਅਰਥ ਹਨ ਪ੍ਰਸਿੱਧੀ ਜਾਂ ਮਸ਼ਹੂਰੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਆਪਣੀ ਵਸਤੂ ਦੀ ਪ੍ਰਸਿੱਧੀ ਜਾਂ ਮਸ਼ਹੂਰੀ ਲਈ ਜਿਹੜੇ ਵਿਸ਼ੇਸ਼ ਅਤੇ ਸੰਖੇਪ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਲਿਖਤੀ ਰੂਪ ਵਿੱਚ ਉਸ ਨੂੰ ਇਸ਼ਤਿਹਾਰ ਜਾਂ ਵਿਗਿਆਪਨ ਕਿਹਾ ਜਾਂਦਾ ਹੈ। ਬੇਟਾ ਜੀ, ਇਸ਼ਤਿਹਾਰ ਜਾਂ ਵਿਗਿਆਪਨ ਦੋ ਕਿਸਮ ਦੇ ਹੁੰਦੇ ਹਨ। ਪਹਿਲਾ ਹੈ ਵਪਾਰਕ ਇਸ਼ਤਿਹਾਰ ਤੇ ਦੂਸਰਾ ਹੈ ਕਲਾਸੀਫਾਈਡ ਭਾਵ ਸਿਰਲੇਖਵਾਰ ਇਸ਼ਤਿਹਾਰ। ਵਪਾਰਕ ਇਸ਼ਤਿਹਾਰ ਹੈ ਕਿ ਅੱਜ ਕੱਲ੍ਹ ਦੇ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਪ੍ਰਚਾਰ ਅਤਿਅੰਤ ਜ਼ਰੂਰੀ ਹੋ ਗਿਆ ਹੈ। ਕਿਸੇ ਵੀ ਚੀਜ਼ ਦੀ ਮਹੱਤਤਾ ਅਤੇ ਵਿਕਰੀ ਵਧਾਉਣ ਲਈ ਇਸ਼ਤਿਹਾਰਬਾਜ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਲਈ ਤਾਂ ਕਿਹਾ ਜਾਂਦਾ ਹੈ, ਜੈਸਾ ਪ੍ਰਚਾਰ ਵੈਸਾ ਵਪਾਰ। ਤੇ ਦੂਸਰਾ ਹੈ ਕਲਾਸੀਫਾਈਡ ਇਸ਼ਤਿਹਾਰ। ਇਸ ਕਲਾਸੀਫਾਈਡ ਦੇ ਵਿੱਚ ਇਸ਼ਤਿਹਾਰ ਦੇ ਸਿਰਲੇਖ ਵੱਖ-ਵੱਖ ਹੁੰਦੇ ਹਨ, ਕਿਉਂ ਜੋ ਇਹ ਵੱਖ-ਵੱਖ ਵਿਸ਼ਿਆਂ ਦੇ ਨਾਲ ਸੰਬੰਧਿਤ ਹੁੰਦੇ ਹਨ। ਇਹੀ ਕਾਰਨ ਹੈ ਕਿ ਅਜਿਹੇ ਇਸ਼ਤਿਹਾਰ ਨੂੰ ਕਲਾਸੀਫਾਈਡ ਇਸ਼ਤਿਹਾਰ ਕਿਹਾ ਜਾਂਦਾ ਹੈ। ਬੇਟਾ ਜੀ, ਇਸ਼ਤਿਹਾਰ ਜਾਂ ਵਿਗਿਆਪਨ ਲਿਖਣ ਵੇਲੇ ਕੁਝ ਨੁਕਤਿਆਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਉਹਨਾਂ ਨੁਕਤਿਆਂ ਦੇ ਵਿੱਚ ਨੇ ਇਸ਼ਤਿਹਾਰ ਜਾਂ ਵਿਗਿਆਪਨ ਰੰਗਦਾਰ ਅਤੇ ਖਿੱਚ ਪਾਉਣ ਵਾਲਾ ਹੋਣਾ ਚਾਹੀਦਾ ਹੈ। ਸੰਬੰਧਿਤ ਵਸਤੂ ਦੀ ਵਿਸ਼ੇਸ਼ਤਾ, ਜਿਸ ਚੀਜ਼ ਦਾ ਤੁਸੀਂ ਇਸ਼ਤਿਹਾਰ ਦੇ ਰਹੇ ਹੋ, ਉਸ ਦੀ ਵਿਲੱਖਣਤਾ ਉੱਭਰਦੀ ਹੋਣੀ ਚਾਹੀਦੀ ਹੈ। ਉਸ ਦੀ ਪੇਸ਼ਕਾਰੀ ਵਿੱਚ ਨਵੀਨਤਾ ਹੋਵੇ। ਸ਼ਬਦ ਸੰਖੇਪ ਅਤੇ ਪ੍ਰਭਾਵਸ਼ਾਲੀ ਹੋਣ। ਸੰਬੰਧਿਤ ਵਸਤੂ ਦੇ ਗੁਣਾਂ ਦੀ ਜਾਣਕਾਰੀ ਦਿੱਤੀ ਹੋਵੇ। ਸੋ ਪਿਆਰੇ ਬੱਚਿਓ, ਇਹ ਇਸ਼ਤਿਹਾਰ ਅਸੀਂ ਚੰਗੀ ਤਰ੍ਹਾਂ ਸਮਝ ਕੇ ਪੜ੍ਹ ਕੇ ਤੇ ਇਸ ਦੇ ਬਾਰੇ ਵਿੱਚ ਅਸੀਂ ਇੱਕ ਐਕਟੀਵਿਟੀ ਵੀ ਤਿਆਰ ਕਰਨੀ ਹੋਵੇਗੀ। ਸੋ ਸਾਰੇ ਹੀ ਅਧਿਆਪਕ ਸਾਹਿਬਾਨ ਤੁਹਾਨੂੰ ਉਹਨਾਂ ਦੇ ਬਾਰੇ ਜਦੋਂ ਵੀ ਕਲਾਸ